हाँ जी स्टूडेंट्स, ਅਸੀਂ ਗੱਲ ਕਰ ਰਹੇ ਸੀ द ਪ੍ਰੋਪਰਟੀਜ਼ ਆਫ ਮਟੀਰੀਅਲਸ ਇਨ ਸੁਪਰ ਕੰਡਕਟਿੰਗ ਸਟੇਟਸ। ਅਸੀਂ ਇੱਕ ਪੁਆਇੰਟ ਚੈੱਕ ਕੀਤਾ ਸੀ ਕਿ ਉਹ ਵਾਲੀਆਂ ਪ੍ਰੋਪਰਟੀਜ਼ ਜਿਹੜੇ ਕਿ ਸੁਪਰ ਕੰਡਕਟਿੰਗ ਸਟੇਟਸ ਦੇ ਵਿੱਚ, ਹਾਂਜੀ ਉਹ ਪ੍ਰੋਪਰਟੀਜ਼ ਅਸੀਂ ਗੱਲ ਕਰ ਰਹੇ ਸੀ ਕਿ ਜਿਹੜੀਆਂ ਪ੍ਰੋਪਰਟੀਜ਼ ਚੇਂਜ ਹੋ ਜਾਂਦੀਆਂ within super conducting states, and those properties those will not be affected by superconducting states। ਇਸ ਵਿੱਚ ਅਸੀਂ ਗੱਲ ਕਰ ਚੁੱਕੇ ਸੀ कि elastic properties, thermal expansion behavior, photoelectric properties and internal arrangement of crystal lattice, all properties will not be affected in the superconducting states, but the properties like magnetic properties, electric properties, thermoelectric effects and specific heats, entropy, etc., these properties will change as the material will changes into superconducting states. One important thing is also there, that superconductivity is not detected in alkali metals. alkali metals ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ, ਜੇ ਥੋੜੀ ਬਹੁਤੀ ਕੈਮਿਸਟਰੀ ਆਉਂਦੀ ਹੋਵੇ ਤਾਂ ਅਸੀਂ ਫਰਸਟ ਗਰੁੱਪ ਦੇ ਮੈਟਲਸ ਨੂੰ ਹੀ ਬੇਸਿਕਲੀ ਕੀ ਬੋਲਦੇ ਨੇ, alkali metals in periodic table. First group is alkali metals, second group is of alkaline earth metals। ਤੇ ਜਿੰਨੀਆਂ ਵੀ alkali metals ਹੁੰਦੀਆਂ ਉਹਨਾਂ ਨੂੰ ਅਸੀਂ ਬੈਸਟ ਕੰਡਕਟਰਸ ਬੋਲਦੇ ਨੇ। ਤਾਂ ਉਸ ਦੇ ਵਿਚਕਾਰ ਕੰਸੈਪਟ ਆਇਆ ਕਿ ਜਿਹੜੇ ਐਕਚੁਅਲ 'ਚ ਕੰਡਕਟਰਸ ਹੁੰਦੇ ਨੇ ਉਹ ਜ਼ਰੂਰੀ ਨਹੀਂ ਹੋਏਗਾ ਕਿ ਸੁਪਰ ਕੰਡਕਟਰਸ ਵੀ ਹੋਣਗੇ। ਓਕੇ, ਤਾਂ ਇਹ ਬਹੁਤ ਇੰਪੋਰਟੈਂਟ ਕੰਸੈਪਟ ਹੈ, that the conductors are not really a super conductors। After that, there is the Meissner effect. Meissner effect is basically detected by Meissner and Osenfeld in 1933। Meissner effect ਕੀ ਕਹਿੰਦਾ ਹੈ actual 'ਚ? It mainly says that every superconductor is basically a perfect diamagnet। ਜਦੋਂ ਅਸੀਂ ਮੈਗਨੈਟਿਕ ਮਟੀਰੀਅਲਸ ਦੀ ਗੱਲ ਕਰਦੇ ਹਾਂ ਤਾਂ ਬੇਸਿਕ ਆਪਣੇ ਕੋਲ ਤਿੰਨ ਤਰ੍ਹਾਂ ਦੇ ਮਟੀਰੀਅਲਸ ਹੁੰਦੇ, ਮੈਗਨੈਟਿਕ ਮਟੀਰੀਅਲਸ, ਫੈਰੋਮੈਗਨੈਟਿਕ, ਡਾਇਆਮੈਗਨੈਟਿਕਸ ਐਂਡ ਪੈਰਾਮੈਗਨੈਟਿਕਸ। ਪੈਰਾਮੈਗਨੈਟਿਕਸ ਉਹ ਹੁੰਦੇ ਨੇ ਜਿਹੜੇ ਕਿ ਵੀਕਲੀ ਮੈਗਨੇਟਾਈਜ਼ ਹੁੰਦੇ ਨੇ। ਡਾਇਆਮੈਗਨੈਟਿਕ ਉਹ ਹੁੰਦੇ ਨੇ ਜਿਹੜੇ ਕਿ ਆਪਣੇ ਵਿੱਚੋਂ ਮੈਗਨੈਟਿਕ ਫੀਲਡ ਨੂੰ ਪਾਸ ਨਹੀਂ ਕਰਨ ਦੇ, ਦੇ ਰਿਪੈਲ ਦ ਐਕਸਟਰਨਲ ਮੈਗਨੈਟਿਕ ਫੀਲਡ। ਤੇ ਫੈਰੋਮੈਗਨੈਟਿਕ ਮਟੀਰੀਅਲਸ ਹੁੰਦੇ ਨੇ ਜਿਹੜੇ ਕਿ ਆਪਣੇ ਵਿੱਚੋਂ ਸਟਰੋਂਗਲੀ ਆਪਣੇ ਆਪ ਨੂੰ ਮੈਗਨੇਟਾਈਜ਼ ਕਰ ਲੈਣੇ, ਮੀਨਿੰਗ ਆਪਣੇ ਵਿੱਚੋਂ ਮੈਗਨੈਟਿਕ ਫੀਲਡ ਨੂੰ ਪਾਸ ਹੋਣ ਦਿੰਦੇ ਨੇ। ਹੁਣ ਮੀਜ਼ਨਰ ਇਫੈਕਟ ਦੇ ਅਕੋਰਡਿੰਗ ਕੀ ਹੈ ਕਿ ਜਦੋਂ ਵੀ ਕੋਈ ਮਟੀਰੀਅਲ ਸੁਪਰ ਕੰਡਕਟਿੰਗ ਸਟੇਟ 'ਚ ਜਾਏਗਾ ਤਾਂ ਉਸੇ ਵਿੱਚੋਂ ਮੈਗਨੈਟਿਕ ਫੀਲਡ ਜਾਂ ਮੈਗਨੈਟਿਕ ਫੀਲਡ ਇੰਡਕਸ਼ਨ ਦੀ ਵੈਲਿਊ ਕੀ ਹੋਏਗੀ, 0। ਫੋਰ ਐਗਜ਼ਾਮਪਲ, ਆਈ ਹੈਵ ਟੇਕਨ ਅ ਸਪੈਸੀਮੈਨ, ਅਸੀਂ ਕੋਈ ਵੀ ਮਟੀਰੀਅਲ ਲਿੱਤਾ ਬਿਲੋ ਵੈਨ ਟੀ ਇਜ਼ ਲੈਸ ਦੈਨ TC। ਇਸਦਾ ਮੀਨਿੰਗ ਕੀ ਹੈ ਕਿ ਇਸ ਕੇਸ ਦੇ ਵਿਚਕਾਰ ਹਜੇ ਤੱਕ ਇਹ ਸੁਪਰ ਕੰਡਕਟਿੰਗ ਸਟੇਟ ਦੇ ਵਿਚਕਾਰ ਨਹੀਂ ਆਇਆ। ਇਟ ਇਜ਼ ਬੇਸਿਕਲੀ ਗ੍ਰੇਟਰ ਦੈਨ, ਦੈਟ ਮੀਨ ਵੈਨ ਟੈਂਪਰੇਚਰ ਇਜ਼ ਗ੍ਰੇਟਰ ਦੈਨ TC। ਤਾਂ ਉਸ ਕੇਸ ਦੇ ਵਿੱਚ ਕੀ ਹੋਇਆ, B ਮੈਗਨੈਟਿਕ ਫੀਲਡ ਨੇ ਇਸ ਦੇ ਵਿੱਚੋਂ ਕੀ ਕਰ ਲਿਆ, ਪੈਨੀਟ੍ਰੇਟ, ਦੈਟ ਮੀਨ ਇਟ ਕੈਨ ਕ੍ਰੋਸ from the material। but as we cooled down the material below its critical temperature or transition temperature, the temperature at which material will changes to the superconductor, in that case the magnetic field B will not be passing through the material, that means it is equals to 0 inside। That's very important concept of the Meissner and Osenfeld। ਤੇ ਇसी ਦੇ ਨਾਮ ਦੇ ਉੱਪਰ ਅਸੀਂ ਇਸ ਨੂੰ ਬੋਲਦੇ ਨੇ ਮੀਜ਼ਨਰ ਇਫੈਕਟ। ਤਾਂ ਇਸ ਤੋਂ ਇੱਕ ਚੀਜ਼ ਕੰਸੈਪਟ ਕਲੀਅਰ ਹੋ ਗਿਆ ਕਿ ਅਕੋਰਡਿੰਗ ਟੂ ਮੀਜ਼ਨਰ ਐਵਰੀ ਸੁਪਰ ਕੰਡਕਟਰ ਇਜ਼ ਬੇਸਿਕਲੀ ਅ ਬੈਸਟ diamagnetic material, that means magnetic field of lines cannot pass through the superconductors or in superconducting state। इसको आगे से स्टार्ट करें। जे इसे कंसेप्ट ਨੂੰ ਅੱਗੇ ਅਸੀਂ ਲੈ ਕੇ ਚੱਲੀਏ, ਕੰਟੀਨਿਊ ਕਰੀਏ ਤੇ SI ਸਿਸਟਮ ਦੇ ਵਿਚਕਾਰ ਮੈਗਨੈਟਿਕ ਫੀਲਡ B ਦੀ ਵੈਲਿਊ ਲਿਖੀਏ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ B ਇਜ਼ ਇਕੁਅਲਸ ਟੂ μ0 ਟਾਈਮਸ M plus H, where M is the magnetization and H is the magnetizing intensity।
ਜਦੋਂ ਅਸੀਂ ਗੱਲ ਕੀਤੀ ਕਿ ਮੈਗਨੈਟਿਕ ਫੀਲਡ ਦੀ ਵੈਲਿਊ ਸੁਪਰ ਕੰਡਕਟਰ ਦੇ ਵਿੱਚ 0 ਹੈ ਤਾਂ ਉਸ ਕੇਸ ਦੇ ਵਿਚਕਾਰ ਇਕੁਏਸ਼ਨ ਬਣ ਗਈ mu naught m plus h is equals to 0 or mu naught m equals to minus h, and from this I can say m by h is equals to minus chi m, where chi m is equals to 1 upon mu naught, and mu naught is the permeability of free space. Chi m is the magnetic susceptibility। ਤੇ ਇਸ ਕੇਸ ਦੇ ਵਿਚਕਾਰ ਅਸੀਂ ਦੇਖਿਆ ਕਿ ਮੈਗਨੈਟਿਕ ਸਸੈਪਟੇਬਿਲਿਟੀ ਵੈਲਿਊ ਕੀ ਆਈ ਹੈ ਨੈਗੇਟਿਵ। ਜੇ ਮੈਗਨੈਟਿਕ ਸਸੈਪਟੇਬਿਲਿਟੀ ਨੈਗੇਟਿਵ ਹੈ ਤਾਂ ਇਸ ਤੋਂ ਕਨਸੈਪਟ ਕਲੀਅਰ ਹੋ ਗਿਆ ਕਿ ਆਪਣੇ ਕੋਲ ਹਰੇਕ ਸੁਪਰ ਕੰਡਕਟਿੰਗ ਸਟੇਟ ਕੀ ਹੈ ਡਾਇਆ ਮੈਗਨੈਟ। ਤਾਂ ਅਸੀਂ ਇਸ ਨੂੰ ਮੈਥਮੈਟਿਕਲੀ ਤੇ ਪ੍ਰੈਕਟੀਕਲੀ ਥਿਓਰੈਟਿਕਲੀ ਦੋਵੇਂ ਅਸੀਂ ਇਸ ਨੂੰ ਸ਼ੋ ਕਰ ਸਕਦੇ ਹਾਂ। ਉਸ ਤੋਂ ਬਾਅਦ ਆਪਣੇ ਕੋਲ ਆਇਆ ਅਸੀਂ ਬਣਾਉਣਾ ਚਾਹੁੰਦੇ ਇਕੁਏਸ਼ਨਸ ਆਫ ਡਾਇਆ ਮੈਗਨੈਟਸ और सुपर कंडक्टिंग स्टेट्स। तो असी ओम्स लॉ के अकॉर्डिंग सारे नू पता है J इज इक्वल्स टू सिग्मा E, वेयर सिग्मा इज द कंडक्टिविटी एंड रेसिप्रोकल ऑफ कंडक्टिविटी इज रेजिस्टिविटी, इलेक्ट्रिक रेजिस्टिविटी, दैट इज J इक्वल्स टू 1 अपॉन रो इंटू E, देयरफॉर E इक्वल्स टू रो इंटू J, वेयर रो इज द इलेक्ट्रिक रेजिस्टिविटी। जब असी सुपर कंडक्टिंग स्टेट की गल करते तो सानू पता है कि रो की वैल्यू की होगी 0, तो असी कह सकते हैं कि इलैक्ट्रिक फील्ड इज आल्सो इक्वल्स टू 0। फ्रॉम मैक्सवेल्स इक्वेशन डेल क्रॉस E इक्वल्स टू माइनस कर्ल B अपॉन कर्ल ऑफ T and E equals to 0, that means curl B by curl of T equals to 0, and from this the time derivative of magnetic field induction is 0। तो असं लिख सकते हैं कि मैगनैटिक फील्ड की वैल्यू की होएगी कॉन्सटेंट। जो मैगनैटिक फील्ड या मैगनैटिक फील्ड इंडक्शन की वैल्यू कॉन्सटेंट है तो इतों तो साढ़े को दो कंसैप्ट आ गए कि एक तो इलैक्ट्रिक फील्ड 0 हो या मैगनैटिक फील्ड की हो कॉन्सटेंट अक्रॉस द सुपर कंडक्टर्स। पर जो असीं कहा कि मैगनैटिक फील्ड कॉन्सटेंट होएगा तो यही स्टेटमेंट कॉन्ट्राडिक्ट करती है मीजनर इफैक्ट्स नूं। इस करके असी इक्वेशन ना लेके असी इत्थे की पॉइंट कह रहे हैं कि अपने को दो ही कंडीशंस बन गया E इक्वल्स टू 0 एंड B इक्वल्स टू 0 विच स्टेट्स द इक्वेशन ऑफ आ सुपर कंडक्टर्स। ओके, इस तो आगे असी नवा कंसेप्ट स्टार्ट कर रहे हैं, दैट इज इफेक्ट ऑफ मैग्नेटिक फील्ड। यस, इन दिस केस द इफेक्ट ऑफ मैग्नेटिक फील्ड कि की इफेक्ट होएगा मैगनैटिक फील्ड का एक सुपर कंडक्टिंग स्टेट के ऊपर। हुणे असीं एक गल करके हटे हैं कि कोई भी सुपर कंडक्टिंग स्टेट के विचकार मैगनैटिक फील्ड पास नहीं होएगा। पर जे तुसीं सपोज करो कि असीं हाई इंटेंसिटी का मैगनैटिक फील्ड अप्लाई करिए तो हाई इंटेंसिटी मैगनैटिक फील्ड के नाल की होएगा सुपर कंडक्टिंग स्टेट के विचकार पेनीट्रेशन होनी स्टार्ट हो जाएगी। मीनिंग की इस गल का कि असी सानू पता है कि सुपर कंडक्टर से विच मैगनैटिक फील्ड पास नहीं हो रहा, पर असी मैगनैटिक फील्ड की स्ट्रेंथ इंक्रीज करके जबरदस्ती उस की पास करवा रहे हैं मैगनैटिक फील्ड। उस केस के विचकार की होएगा कि विद इंक्रीजिंग द इंटेंसिटी ऑफ सुपर कंडक्टिविटी the superconducting state will changes to the normal state। That's very important कि असी इस तो एक चीज़ कंसेप्ट आ गया कि जिमें असी क्या सी कि टेंपरेचर राइज करोगे ट्रांजिशन टेंपरेचर तो ऊपर तो सुपर कंडक्टिंग स्टेट खत्म हो जाएगी। इसी तरीके नाल असी कह रहे हैं देयर इज अ मिनिमम वैल्यू ऑफ मैग्नेटिक फील्ड above which the superconducting state will changes to the normal state, and this temperature is known as the critical magnetic field Hc of T, which is a function of temperature also। तो इसका एक अपने को फॉर्मूला है Hc of T equal to Hc of 0 into 1 minus T square upon T of C square, where Hc of 0 is the critical magnetic field at 0 Kelvin temperature, and Tc is the critical temperature and T is the temperature other than the critical temperature। ओके, उस तो बाद स्टडी कर रहे हैं
types of superconductors. Basically, there are two types of superconductors. There are two types. First type of superconductor is known as soft superconductors, and second type of superconductors are known as hard superconductors. Okay. ਹੁਣ ਜਿਹੜੇ ਆਪਣੇ ਕੋਲ ਸੌਫਟ ਸੁਪਰ ਕੰਡਕਟਰਸ ਹੈ ਤੇ ਹਾਰਡ ਸੁਪਰ ਕੰਡਕਟਰਸ ਹੈ, ਇਹਨਾਂ ਦੇ ਵਿੱਚ ਮੇਨ ਜਿਹੜਾ ਡਿਫਰੈਂਸ ਹੈ ਉਹ ਕੀ ਹੈ ਕਿ ਜਿਹੜੇ ਸੌਫਟ ਸੁਪਰ ਕੰਡਕਟਰਸ ਹੈਗੇ ਨੇ ਉਹ ਬਹੁਤ ਘੱਟ ਮੈਗਨੈਟਿਕ ਫੀਲਡ ਦੇ ਉੱਪਰ ਹੀ ਇੱਕ ਪਰਟੀਕੂਲਰ ਮੈਗਨੈਟਿਕ ਫੀਲਡ ਦੇ ਉੱਪਰ ਜਾ ਕੇ ਆਪਣੇ ਆਪ ਦੀ ਸਟੇਟ ਚੇਂਜ ਕਰ ਰਹੇ ਨੇ। ਦੈਟ ਮੀਨ ਦੇ ਵਿਲ ਚੇਂਜਿਸ ਫਰੋਮ ਸੁਪਰ ਕੰਡਕਟਿੰਗ ਸਟੇਟ ਟੂ ਨੋਰਮਲ ਸਟੇਟ at a particular magnetic field or temperature at once। पर ਜਿਹੜੇ ਹਾਰਡ ਸੁਪਰ ਕੰਡਕਟਰਸ ਹੁੰਦੇ ਨੇ ਉਹ ਐਟ ਵਨਸ ਟ੍ਰਾਂਜੀਸ਼ਨਸ ਨਹੀਂ ਕਰਦੇ, ਦੇ ਟ੍ਰਾਂਜਿਟ but at a very high magnetic field। that mean soft superconductors high magnetic field ਨੂੰ tolerate ਨਹੀਂ ਕਰ ਸਕਦੇ, ਪਰ ਜਿਹੜੇ ਹਾਰਡ ਸੁਪਰ ਕੰਡਕਟਰਸ ਹੈ ਉਹ ਹਾਈ ਮੈਗਨੈਟਿਕ ਫੀਲਡ ਨੂੰ ਟੋਲਰੇਟ ਕਰ ਸਕਦੇ ਨੇ ਤੇ ਆਪਣੀ ਟ੍ਰਾਂਜੀਸ਼ਨਸ ਨੂੰ ਐਟ ਵਨਸ ਨਾ ਕਰਕੇ ਚੇਂਜਿਸ ਹੋਣਗੇ ਬਟ ਵਿਦ ਹਾਈ ਮੈਗਨੈਟਿਕ ਫੀਲਡ। ਜੇ ਇसी ਦੇ ਵਿਚਕਾਰ ਅਸੀਂ ਇੱਕ ਗ੍ਰਾਫ ਪਲੋਟ ਕਰੀਏ ਤਾਂ ਇਹਨਾਂ ਦੇ ਵਿੱਚ ਦਾ ਗ੍ਰਾਫ ਅਸੀਂ ਇਸ ਤਰੀਕੇ ਨਾਲ ਪਲੋਟ ਕਰ ਸਕਦੇ ਹਾਂ। ਦੈਟ ਇਜ਼ ਟੈਂਪਰੇਚਰ versus magnetic field H in soft superconductors. As we increase the temperature, then at slowly the magnetic field H will also increase, and as I have said, at a particular magnetic field or temperature there will be at once change of the superconducting state। ਤਾਂ ਇਸੇ ਥੱਲੇ ਥੱਲੇ ਇਹ ਸਾਰੀ ਕੀ ਹੈ ਸੁਪਰ ਕੰਡਕਟਿੰਗ ਸਟੇਟ ਹੈ, ਪਰ ਇੱਕਦਮ ਇੱਕ ਪਰਟੀਕੂਲਰ ਟੈਂਪਰੇਚਰ ਦੇ ਉੱਪਰ ਆਉਂਦੇ ਸਾਰ ਅਸੀਂ ਕਹਾਂਗੇ ਕਿ ਇਹ ਕਿਸ ਦੇ ਵਿੱਚ ਚੇਂਜ ਹੋ ਗਈ ਨੋਰਮਲ ਸਟੇਟ ਦੇ ਵਿਚਕਾਰ। ਇसी ਚੀਜ਼ ਨੂੰ ਜੇ ਅਸੀਂ ਡਾਇਮੈਗਨੈਟਿਜ਼ਮ ਦੀ ਫਾਰਮ 'ਚ ਲਿਖੀਏ ਤਾਂ ਅਸੀਂ ਇਸ ਨੂੰ ਐਮ ਪੁਆਇੰਟ ਨਾਲ ਵੀ ਸ਼ੋ ਕਰ ਸਕਦੇ ਨੇ ਤੇ ਇਹ ਵਾਲੇ ਪੁਆਇੰਟ ਨੂੰ ਅਸੀਂ ਐਚ ਪੁਆਇੰਟ ਦੇ ਨਾਲ ਵੀ ਸ਼ੋ ਕਰ ਸਕਦੇ ਹਾਂ। that is a magnetizing intensity H, meaning ਕਿ ਜਿਹੜੀ ਮੈਗਨੇਟਾਈਜੇਸ਼ਨ ਤੇ H ਦਾ ਫੈਕਟਰ ਹੈਗਾ, ਜਿਵੇਂ ਜਿਵੇਂ H ਇਨਕਰੀਜ਼ ਕਰੋਗੇ ਮੈਗਨੇਟਾਈਜੇਸ਼ਨ ਵਿਲ ਇਨਕਰੀਜ਼ ਐਂਡ ਅ ਪਰਟੀਕੂਲਰ ਮੈਗਨੇਟਾਈਜ਼ਿੰਗ ਇੰਟੈਂਸਿਟੀ there will be the at once change of states from superconducting state to the normal states। ਇਹ ਆਪਣੇ ਕੋਲ ਕੇਸ ਹੈਗਾ ਸੌਫਟ ਸੁਪਰ ਕੰਡਕਟਰਸ ਦਾ। पर जे इसी नू असी ड्रॉ करिए फॉर हार्ड सुपर कंडक्टर्स तो इसी विचकार एम दैट इज डायमैग्नेटिक इफेक्ट वर्सेस मैग्नेटाइजिंग इंटेंसिटी देयर विल बी नॉट अ एट वंस चेंज बट स्लोली चेंज। तो इस पॉइंट में असी HC1 तो इस पॉइंट्स नू अगे तक जे असी प्लॉट करिए तो इसमें असी बोल देने HC2 and the state in between HC1 and HC2 is known as the vortex state। that is the state of low critical field and high critical field। ਤਾਂ ਇਹ ਆਪਣੇ ਕੋਲ ਹੋ ਗਏ ਹਾਰਡ ਸੁਪਰ ਕੰਡਕਟਰਸ ਜਿਹੜੇ ਕਿ ਹਾਈ ਮੈਗਨੈਟਿਕ ਫੀਲਡ ਨੂੰ ਟੋਲਰੇਟ ਕਰ ਸਕਦੇ ਨੇ। ਓਕੇ, ਥੈਂਕ ਯੂ। ਇਸ ਤੋਂ ਅੱਗੇ ਅਸੀਂ ਸਟਾਰਟ ਕਰਾਂਗੇ ਪ੍ਰੋਪਰਟੀਜ਼, characteristic properties of superconductors in the next lecture।